ਅਸੀਂ ਹਮੇਸ਼ਾ ਆਪਣੇ ਪਾਸਟ ਨੂੰ ਲੈ ਕੇ ਬਹੁਤ ਵਿਚਾਰ ਕਰਦੇ ਹਾਂ। ਸਾਡੇ ਨਾਲ ਕੀ ਬੀਤ ਚੁੱਕਾ ਹੈ, ਸਾਨੂੰ ਕਿਸ ਤਰ੍ਹਾਂ ਉਸ ਤੋਂ ਦਰਦ ਮਿਲਿਆ ਹੈ, ਉਹ ਮੈਮੋਰੀਜ਼, ਉਹ ਯਾਦਾਂ ਅਸੀਂ ਭੁਲਾ ਨਹੀਂ ਪਾਉਂਦੇ ਤੇ ਆਪਣੇ ਆਪ ਨੂੰ ਬਾਰ-ਬਾਰ ਦੁੱਖ ਦਿੰਦੇ ਹਾਂ, ਤਕਲੀਫ ਦਿੰਦੇ ਹਾਂ। ਕਈ ਗੱਲਾਂ ਤੇ ਸਾਨੂੰ ਗੁੱਸਾ ਵੀ ਆਉਂਦਾ ਹੈ, ਫਿਰ ਉਹੀ ਗੁੱਸਾ, ਉਹੀ ਦਰਦ ਅਸੀਂ ਦੂਸਰਿਆਂ ਨੂੰ ਵੀ ਦਿੰਦੇ ਹਾਂ। ਮੂੰਹ ਚੋਂ ਮਿੱਠੇ ਸ਼ਬਦ ਨਹੀਂ ਨਿਕਲਦੇ, ਕੁੜੱਤਣ ਨਿਕਲਦੀ ਹੈ, ਕੌੜਾ ਬੋਲਦੇ ਹਾਂ, ਅਸੀਂ ਗੁੱਸਾ ਕਰਦੇ ਹਾਂ ਕਿਉਂਕਿ ਖੁਦ ਤਕਲੀਫ ਵਿੱਚ ਹਾਂ। ਕਿੰਨਾ ਚੰਗਾ ਹੋਏ ਜੇ ਸਾਡੀਆਂ ਪਾਸਟ ਮੈਮੋਰੀਜ਼ ਸਾਰੀਆਂ ਹੈਪੀ ਹੋ ਜਾਣ। ਅਸੀਂ ਜਦੋਂ ਕਦੀ ਵੀ ਸੋਚੀਏ, ਸਾਡੇ ਮਨ 'ਚ ਕਦੀ ਵੀ ਕੋਈ ਥਾਟ, ਕੋਈ ਵਿਚਾਰ ਪਾਸਟ ਨੂੰ ਲੈ ਕੇ ਆਏ, ਬੀਤ ਚੁੱਕੇ ਸਮੇਂ ਨੂੰ ਲੈ ਕੇ ਆਏ, ਤਾਂ ਉਹ ਇੰਨਾ ਕੁ ਸੁਖਦ ਹੋਏ ਕਿ ਸਾਡਾ ਮਨ ਦੁਬਾਰਾ ਪ੍ਰਫੁੱਲਿਤ ਹੋ ਜਾਏ, ਖੁਸ਼ ਹੋ ਜਾਏ। ਇਸ ਤਰ੍ਹਾਂ ਤਾਂ ਨਹੀਂ ਹੈ ਕਿ ਸਾਡੇ ਜੀਵਨ ਦੇ ਵਿੱਚ ਹਮੇਸ਼ਾ ਸਭ ਕੁਝ ਬੁਰਾ ਹੀ ਹੋਇਆ ਹੈ, ਪਰ ਜਿਸ ਤਰ੍ਹਾਂ ਦੀ ਆਦਤ ਸਾਡੇ ਮਨ ਨੂੰ, ਦਿਮਾਗ ਨੂੰ ਵਿਚਾਰ ਕਰਨ ਦੀ ਹੈ, ਸੋਚਣ ਦੀ ਹੈ, ਉਹ ਹਮੇਸ਼ਾ ਸਿਰਫ ਨੈਗੇਟਿਵ ਵਿਚਾਰਾਂ ਦੇ ਉੱਤੇ ਫੋਕਸਡ ਰਹਿੰਦਾ ਹੈ। ਨੈਗੇਟਿਵ ਘਟਨਾਵਾਂ ਜੋ ਸਾਡੇ ਜੀਵਨ ਦੇ ਵਿੱਚ ਹੋਈਆਂ ਨੇ, ਜਿਨ੍ਹਾਂ ਨੇ ਸਾਨੂੰ ਦੁੱਖ ਦਿੱਤਾ ਹੈ, ਉਹਨਾਂ ਦੇ ਉੱਤੇ ਇੰਨਾ ਕੁ ਫੋਕਸਡ ਹੁੰਦਾ ਹੈ ਕਿ ਬਾਰ-ਬਾਰ ਉਹਨਾਂ ਨੂੰ ਯਾਦ ਕਰਦਾ ਹੈ। ਤੇ ਤਕਲੀਫ ਕਿਸ ਨੂੰ ਹੁੰਦੀ ਹੈ? ਸਾਨੂੰ। ਇਸ ਪ੍ਰੋਗਰਾਮਿੰਗ ਨੂੰ ਚੇਂਜ ਕਰਨ ਦੇ ਲਈ ਥੋੜਾ ਸਮਾਂ ਲੱਗ ਸਕਦਾ ਹੈ, ਲੇਕਿਨ ਇਹ ਬਹੁਤ ਇਫੈਕਟਿਵ ਹੋ ਸਕਦੀ ਹੈ ਤਾਂ ਕਿ ਅਸੀਂ ਜਦੋਂ ਵੀ ਸੋਚੀਏ, ਅਸੀਂ ਚੰਗਾ ਹੀ ਸੋਚੀਏ, ਆਪਣੇ ਆਪ ਨੂੰ ਸੁੱਖ ਦੇਈਏ, ਖੁਸ਼ੀ ਦੇਈਏ। ਕਿਉਂਕਿ ਜਦੋਂ ਅਸੀਂ ਖੁਸ਼ ਹੋਵਾਂਗੇ, ਸੁਖੀ ਹੋਵਾਂਗੇ, ਤਾਂ ਹੀ ਤਾਂ ਅਸੀਂ ਦੂਸਰਿਆਂ ਨੂੰ ਵੀ ਪਿਆਰ ਦੇ ਨਾਲ, ਹਮਦਰਦੀ ਦੇ ਨਾਲ, ਸਮਝ ਦੇ ਨਾਲ, ਵਿਦ ਲਵ, ਅੰਡਰਸਟੈਂਡਿੰਗ ਐਂਡ ਪੀਸ ਦੂਸਰਿਆਂ ਨੂੰ ਵੀ ਟਰੀਟ ਕਰਾਂਗੇ। ਕਿੰਨਾ ਸੁਖਦ ਮਾਹੌਲ ਹੋ ਜਾਏਗਾ। ਇਮੈਜਿਨ ਹਾਊ ਮਚ ਹਾਰਮਨੀ ਵੀ ਕੈਨ ਪ੍ਰੋਡਿਊਸ। ਤਾਂ ਇਸ ਪ੍ਰੋਗਰਾਮਿੰਗ ਨੂੰ, ਜੋ ਸਾਡੇ ਦਿਮਾਗ ਦੀ ਇੱਕ ਹੈਬਿਟ ਹੈ ਕਿ ਹਮੇਸ਼ਾ ਨੈਗੇਟਿਵ ਵਿਚਾਰਾਂ ਦੇ ਉੱਤੇ ਜ਼ਿਆਦਾ ਫੋਕਸ ਕਰਨਾ ਹੈ, ਉਸ ਨੂੰ ਕਿਸ ਤਰ੍ਹਾਂ ਚੇਂਜ ਕਰੀਏ? ਕਿਸ ਤਰ੍ਹਾਂ ਆਪਣੇ ਦਿਮਾਗ ਨੂੰ ਇਹ ਦਸੀਏ ਕਿ ਸਾਡੇ ਕੋਲ ਬਹੁਤ ਸਾਰੇ ਪੋਜ਼ਿਟਿਵ ਯਾਦਾਂ ਵੀ ਨੇ। ਉਹ ਪੋਜ਼ਿਟਿਵ ਯਾਦਾਂ, ਉਹ ਸੁੱਖ, ਉਹ ਐਡਵਾਈਸ, ਉਹ ਸੁਜੈਸਸ਼ਨਸ, ਉਹ ਵਿਜ਼ਡਮ ਜੋ ਸਾਨੂੰ ਦੂਸਰੇ ਲੋਕਾਂ ਨੇ ਦਿੱਤੀ ਹੈ। ਬਹੁਤ ਸਾਰੀ ਐਸੇ ਵੀ ਘਟਨਾਵਾਂ ਨੇ ਜਿਨ੍ਹਾਂ ਦੇ ਵਿੱਚ ਦੂਸਰੇ ਲੋਕਾਂ ਨੇ ਸਾਡਾ ਸਾਥ ਦਿੱਤਾ ਹੈ, ਸਾਡੀ ਹੈਲਪ ਕੀਤੀ ਹੈ, ਸਾਨੂੰ ਗਾਈਡ ਕੀਤਾ ਹੈ, ਸਾਨੂੰ ਸਪੋਰਟ ਕੀਤਾ ਹੈ। ਕੁਝ ਪਿਆਰ ਵਾਲੀਆਂ ਘਟਨਾਵਾਂ ਨੇ, ਕੁਝ ਮਿੱਠੀਆਂ ਯਾਦਾਂ ਵੀ ਨੇ। ਜਦੋਂ ਇੱਕ ਵੀ ਪੁਰਾਣੀ ਕੋਈ ਐਸੀ ਯਾਦ ਜਿਸ ਦੇ ਵਿੱਚ ਸਾਨੂੰ ਖੁਸ਼ੀ ਮਿਲੀ ਹੋਏ, ਜਿਸ ਦੇ ਵਿੱਚ ਅਸੀਂ ਪਰਮਾਤਮਾ ਦਾ ਸ਼ੁਕਰ ਕਰ ਸਕੀਏ, ਅਗਰ ਉਸ ਯਾਦ ਨੂੰ ਅਸੀਂ ਬਾਰ-ਬਾਰ ਆਪਣੇ ਦਿਮਾਗ ਵਿੱਚ ਡੈਲੀਬਰੇਟਲੀ ਫੋਕਸ ਕਰੀਏ, ਤਾਂ ਸਾਡਾ ਮਾਈਂਡ ਥੋੜੀ ਦੇਰ ਲਈ ਪੋਜ਼ਿਟਿਵ ਹੋ ਜਾਂਦਾ ਹੈ। ਅਕਸਰ ਤਾਂ ਅਜਿਹਾ ਹੁੰਦਾ ਹੈ ਕਿ ਸਵੇਰੇ ਉੱਠਦੇ ਸਾਰ ਹੀ within a few seconds after we wake up, ਅਸੀਂ ਨੈਗੇਟਿਵ ਸੋਚਣ ਲੱਗ ਜਾਂਦੇ ਹਾਂ, ਪੁਰਾਣੀਆਂ ਗੱਲਾਂ ਯਾਦ ਆਉਣ ਲੱਗ ਜਾਂਦੀਆਂ ਹਨ, ਅਸੀਂ ਗੁੱਸੇ ਹੋ ਜਾਂਦੇ ਹਾਂ, ਫਿਰ ਸਾਰਾ ਦਿਨ ਉਸੇ ਬਿਟਰਨੈਸ ਦੇ ਵਿੱਚ ਅਸੀਂ ਬਿਤਾ ਦਿੰਦੇ ਹਾਂ। ਪਹਿਲਾਂ ਤਾਂ ਇਸ ਚੀਜ਼ ਦਾ ਖਿਆਲ ਰੱਖਣਾ ਹੈ ਕਿ ਦਿਨ ਦੀ ਸ਼ੁਰੂਆਤ ਜਦੋਂ ਵੀ ਕਰਨੀ ਹੈ, ਆਪਣੇ ਆਪ ਦੇ ਨਾਲ ਜੁੜ ਕੇ ਕਰਨੀ ਹੈ, ਮੈਡੀਟੇਟ ਕਰਕੇ ਕਰਨੀ ਹੈ। ਜੇ ਸਵੇਰੇ ਦਾ ਪਹਿਲਾ ਖਿਆਲ, ਪਹਿਲਾ ਵਿਚਾਰ ਤੁਹਾਡੇ ਮਨ ਵਿੱਚ ਨੈਗੇਟਿਵ ਆਏਗਾ, ਤਾਂ ਇੱਕ ਲੜੀ ਬਣ ਜਾਏਗੀ, ਅ ਟ੍ਰੇਨ ਆਫ ਥਾਟ ਇਨ ਅ ਨੈਗੇਟਿਵ ਡਾਇਰੈਕਸ਼ਨ, ਜੋ ਤੁਹਾਨੂੰ ਸਾਰਾ ਦਿਨ ਬਹੁਤ ਦੁੱਖ ਦੇਣ ਵਾਲਾ ਹੈ। ਤੇ ਜੇ ਅਸੀਂ ਦਿਨ ਦੀ ਸ਼ੁਰੂਆਤ ਪੀਸ, ਹੈਪੀਨੈਸ ਜਾਂ ਪੋਜ਼ਿਟਿਵਿਟੀ ਨਾ ਕਰੀਏ, ਤਾਂ ਸਾਰਾ ਦਿਨ ਅਸੀਂ ਪੋਜ਼ਿਟਿਵ ਥਾਟਸ ਨੂੰ ਅਟਰੈਕਟ ਕਰ ਸਕਦੇ ਹਾਂ, ਹੋਰ ਜ਼ਿਆਦਾ ਪੋਜ਼ਿਟਿਵ ਸੋਚ ਸਕਦੇ ਹਾਂ ਤੇ ਖੁਸ਼ ਰਹਿ ਸਕਦੇ ਹਾਂ।
ਤਾਂ ਦਿਨ ਦੀ ਸ਼ੁਰੂਆਤ ਮੈਡੀਟੇਸ਼ਨ ਨਾਲ ਕਰਨੀ ਹੈ। ਵੀਡੀਓ ਦੇ ਐਂਡ ਵਿੱਚ ਮੈਂ ਇੱਕ ਮੈਡੀਟੇਸ਼ਨ ਅੱਜ ਐਡ ਕਰਨਾ ਚਾਹਾਂਗੀ, ਜਿਸ ਨੂੰ ਫੋਕਸ ਕਰਕੇ ਤੁਸੀਂ ਆਪਣੇ ਮਾਈਂਡ ਨੂੰ ਰਿਲੈਕਸ ਕਰ ਸਕਦੇ ਹੋ, ਪੋਜ਼ਿਟਿਵ ਥਾਟਸ ਦੇ ਵਿੱਚ ਜਾ ਸਕਦੇ ਹੋ। ਕਿਕ ਸਟਾਰਟ ਯੋਰ ਡੇ ਔਨ ਅ ਪੋਜ਼ਿਟਿਵ ਨੋਟ ਬਾਈ ਮੈਡੀਟੇਟਿੰਗ। ਵੇਟ ਨਾ ਕਰੋ ਕਿ ਕੋਈ ਨੈਗੇਟਿਵ ਵਿਚਾਰ ਜ਼ਿਆਦਾ ਪਰੇਸ਼ਾਨ ਕਰਨ ਲੱਗਣਗੇ ਉਦੋਂ ਹੀ ਮੈਡੀਟੇਟ ਕਰਨਾ ਹੈ। ਦਿਨ ਦੀ ਸ਼ੁਰੂਆਤ ਹੀ ਪਹਿਲੇ ਰਾਈਟ ਸਟੈਪ ਨਾਲ ਹੋਣੀ ਚਾਹੀਦੀ ਹੈ। ਸਹੀ ਕਦਮ ਉਠਾਉਣਾ ਹੈ, ਮੈਡੀਟੇਟ ਕਰਨਾ ਹੈ, ਪਰਮਾਤਮਾ ਦਾ ਸ਼ੁਕਰ ਕਰਨਾ ਹੈ, ਗ੍ਰੈਟੀਟਿਊਡ ਪੇ ਕਰਨਾ ਹੈ। ਸੈਕਿੰਡ, ਜਦੋਂ ਵੀ ਮਨ ਵਿੱਚ ਨੈਗੇਟਿਵ ਵਿਚਾਰ ਆਉਣੇ ਸ਼ੁਰੂ ਹੋਣ, ਉਦੋਂ ਹੀ ਆਪਣੇ ਮਨ ਨੂੰ ਇਹ ਸਮਝਾਉਣਾ ਹੈ ਕਿ ਇਹ ਤਾਂ ਬੀਤ ਚੁੱਕਾ ਹੈ, ਇਸ ਤੇ ਮੇਰਾ ਕੋਈ ਕੰਟਰੋਲ ਨਹੀਂ ਹੈ। लेकिन ऐसा नहीं है कि इसने सिर्फ दुख दिते ने। इस घटना ने सिर्फ दुख नहीं दिते, इसने विजडम दी है। आई हैव ग्रोन स्पिरिचुअली, इमोशनली, फिजिकली by experiencing this negative event or an emotion। उसने ਤੁਹਾਨੂੰ ਅੰਦਰੋਂ ਸਸ਼ਕਤ ਕੀਤਾ ਹੈ। ਜੋ ਐਕਸਪੀਰੀਅੰਸ ਨੈਗੇਟਿਵਿਟੀ ਦਾ ਤੁਸੀਂ ਐਕਸਪੀਰੀਅੰਸ ਕੀਤਾ ਪਾਸਟ ਦੇ ਵਿੱਚ, ਉਸਨੇ ਅੱਜ ਤੁਹਾਨੂੰ ਇੰਨਾ ਸਮਝਦਾਰ ਬਣਾਇਆ ਕਿ ਤੁਸੀਂ ਦੂਸਰਿਆਂ ਨੂੰ ਐਡਵਾਈਸ ਕਰ ਸਕਦੇ ਹੋ, ਗਾਈਡ ਕਰ ਸਕਦੇ ਹੋ, ਉਹਨਾਂ ਦਾ ਹੱਥ ਫੜ ਕੇ ਉਹਨਾਂ ਨੂੰ ਦੱਸ ਸਕਦੇ ਹੋ ਕਿ ਕਮ ਆਊਟ, ਦਿਸ ਇਜ਼ ਦ ਵੇ। ਮੈਂ ਇਸ ਤਰ੍ਹਾਂ ਨਿਕਲਿਆ ਇਸ ਸਿਚੁਏਸ਼ਨ ਚੋਂ, ਤੁਸੀਂ ਵੀ ਨਿਕਲ ਸਕਦੇ ਹੋ। ਇਹ ਵਿਜ਼ਡਮ ਕਿੱਥੋਂ ਆਈ? ਉਸ ਨੈਗੇਟਿਵ ਇਵੈਂਟ ਤੋਂ ਆਈ, ਉਸ ਨੈਗੇਟਿਵ ਇਨਸਾਨ ਨੇ ਦਿੱਤੀ ਜਿਸ ਦੇ ਨਾਲ ਤੁਹਾਡਾ ਕੌੜਾ ਐਕਸਪੀਰੀਅੰਸ ਰਿਹਾ ਹੈ, ਬੁਰਾ ਐਕਸਪੀਰੀਅੰਸ ਰਿਹਾ ਹੈ। ਤਾਂ ਇੱਕ ਵਾਰੀ ਆਪਣੇ ਦਿਲ ਤੇ ਹੱਥ ਰੱਖ ਕੇ ਇਹ ਦੱਸੋ ਕਿ ਇਸ ਵਿਜ਼ਡਮ ਵਾਸਤੇ, ਇਸ ਗਰੋਥ ਵਾਸਤੇ, ਜਾਂ ਜੋ ਅੱਜ ਤੁਸੀਂ ਦੂਸਰਿਆਂ ਨੂੰ ਟੀਚ ਕਰ ਪਾ ਰਹੇ ਹੋ, ਗਾਈਡ ਕਰ ਪਾ ਰਹੇ ਹੋ, ਐਡਵਾਈਸ ਦੇ ਪਾ ਰਹੇ ਹੋ ਸਹੀ ਦਿਸ਼ਾ ਦੇ ਵਿੱਚ ਜਾਣ ਵਾਸਤੇ, ਤਾਂ ਇਸ ਐਕਸਪੀਰੀਅੰਸ ਲਈ ਜੋ ਤੁਸੀਂ ਆਪਣੇ ਮਨ ਵਿੱਚ ਨੈਗੇਟਿਵ ਲੇਬਲ ਕੀਤਾ ਹੈ, ਉਸ ਦਾ ਸ਼ੁਕਰ ਕਰਨਾ ਚਾਹੀਦਾ ਹੈ, ਜਾਂ ਹਾਲੇ ਵੀ ਸਾਨੂੰ ਉਸ 'ਤੇ ਗੁੱਸਾ ਆਉਣਾ ਚਾਹੀਦਾ ਹੈ, ਜਾਂ ਉਸ ਦੇ ਨਾਲ ਜੁੜੇ ਵਿਅਕਤੀਆਂ 'ਤੇ ਗੁੱਸਾ ਆਉਣਾ ਚਾਹੀਦਾ ਹੈ। ਪਰਮਾਤਮਾ ਦਾ ਸ਼ੁਕਰ ਕਰਨਾ ਹੈ। ਹਰ ਨੈਗੇਟਿਵ ਚੀਜ਼ ਜੋ ਸਾਡੀ ਜੀਵਨ ਦੇ ਵਿੱਚ ਆਈ ਹੈ, ਉਸਨੇ ਸਾਨੂੰ ਗਰੋ ਕਰਨ ਵਾਸਤੇ ਇੱਕ ਮੌਕਾ ਦਿੱਤਾ ਹੈ, ਇੰਟੈਲੀਜੈਂਟ ਹੋਣ ਵਾਸਤੇ, ਸਮਝਦਾਰ ਹੋਣ ਵਾਸਤੇ, ਵਾਈਜ਼ ਕੀਤਾ ਹੈ ਸਾਨੂੰ। ਉਸ ਵਿਜ਼ਡਮ ਦਾ ਪਰਮਾਤਮਾ ਦੇ ਪ੍ਰਤੀ ਸ਼ੁਕਰ ਕਰਨਾ ਹੈ। Pay your gratitude to the universe for every negative situation or person that has come into your life, for they have given you so much wisdom. ਜਦੋਂ ਸਮੁੰਦਰ ਵਿੱਚ ਲਹਿਰਾਂ ਬਹੁਤ ਤੇਜ਼ ਹੋਣ, ਤੂਫਾਨ ਆ ਜਾਏ, ਉਦੋਂ ਲੋੜ ਪੈਂਦੀ ਹੈ ਸ਼ਿਪ ਨੂੰ ਐਂਕਰ ਕਰਨ ਦੀ। ਅਸੀਂ ਉਸ ਨੂੰ ਇੱਕ ਪੁਆਇੰਟ ਤੇ ਬੰਨ੍ਹ ਦਈਦਾ ਹੈ ਤਾਂ ਕਿ ਉਹ ਟੁੱਟੇ ਨਾ, ਬਹਿ ਨਾ ਜਾਏ, ਆਪਣੇ ਕਿਨਾਰੇ ਤੋਂ ਦੂਰ ਨਾ ਹਟ ਜਾਏ। ਤਾਂ ਬੇੜੀਆਂ ਨੂੰ, ਸ਼ਿਪਸ ਨੂੰ ਅਸੀਂ ਐਂਕਰ ਕਰ ਦਈਦਾ ਹੈ। ਐਂਕਰ ਕਰਨ ਨਾਲ ਉਹ ਬੱਝ ਜਾਂਦੇ ਨੇ, ਠਹਿਰ ਜਾਂਦੇ ਨੇ, ਉਹਨਾਂ ਦੇ ਅੰਦਰ ਠਹਿਰਾਅ ਆਉਂਦਾ ਹੈ। ਉਸੇ ਤਰ੍ਹਾਂ ਜਦੋਂ ਸਾਡੇ ਨਾਲ ਕੋਈ ਵੀ ਨੈਗੇਟਿਵ ਐਕਸਪੀਰੀਅੰਸ ਹੁੰਦਾ ਹੈ, ਉਹ ਸਾਨੂੰ ਪਰਮਾਤਮਾ ਵੱਲੋਂ ਇੱਕ ਗਿਫਟ ਮਿਲਦਾ ਹੈ, ਇੱਕ ਅਪੋਰਚੁਨਿਟੀ, ਇੱਕ ਚਾਂਸ ਮਿਲਦਾ ਹੈ, ਇੱਕ ਮੌਕਾ ਮਿਲਦਾ ਹੈ ਆਪਣੇ ਆਪ ਨਾਲ ਜੁੜਨ ਦਾ। ਜਦੋਂ ਬਾਹਰ ਸਾਰਾ ਕੁਝ ਨੈਗੇਟਿਵ ਹੋਏ, ਕੋਈ ਰਸਤਾ ਨਾ ਦਿਖੇ ਔਰ ਬਾਹਰ ਬਹੁਤ ਦਰਦ ਹੋਏ, ਤਾਂ ਧਿਆਨ ਕਿੱਥੇ ਜਾਣਾ ਚਾਹੀਦਾ ਹੈ? ਅੰਦਰ। ਪਰਮਾਤਮਾ ਕਿੱਥੇ ਹੈ? ਅੰਦਰ। ਗਾਈਡੈਂਸ ਕੌਣ ਦੇਗਾ? ਪਰਮਾਤਮਾ, ਜੋ ਅੰਦਰ ਵਿਰਾਜਮਾਨ ਨੇ। ਉਸ ਸਮੇਂ ਮੈਡੀਟੇਟ ਕਰਨਾ ਹੈ, ਆਪਣੇ ਆਪ ਨਾਲ ਜੁੜਨਾ ਹੈ। ਅੱਜ ਦੀ ਮੈਡੀਟੇਸ਼ਨ ਤੁਹਾਨੂੰ ਆਪਣੇ ਆਪ ਨਾਲ ਜੁੜਨ ਵਾਸਤੇ ਬਹੁਤ ਹੈਲਪ ਕਰੇਗੀ। ਅੱਜ ਦੀ ਮੈਡੀਟੇਸ਼ਨ ਤੁਹਾਨੂੰ ਪਾਸਟ ਚੋਂ ਚੱਕ ਕੇ ਪ੍ਰੈਜ਼ੈਂਟ ਦੇ ਵਿੱਚ ਲੈ ਕੇ ਆਏਗੀ ਤਾਂ ਕਿ ਤੁਸੀਂ ਹੁਣ ਵਿੱਚ ਜੀ ਸਕੋ,
ਨਾਓ ਵੇਅਰ ਗੋਡ ਇਜ਼, ਪਰਮਾਤਮਾ ਹੁਣ ਵਿੱਚ ਹੈ। ਸਾਡੇ ਮਨ ਦੇ ਵਿਚਾਰ ਇੱਕ ਐਰੋ ਦੀ ਤਰ੍ਹਾਂ ਨੇ, ਤੀਰ ਦੀ ਤਰ੍ਹਾਂ ਨੇ। ਪਾਸਟ ਦਾ ਕੋਈ ਵੀ ਵਿਚਾਰ ਜਾਂ ਫਿਊਚਰ ਦਾ ਕੋਈ ਵੀ ਵਿਚਾਰ ਸਾਨੂੰ ਸਾਡੇ ਤੋਂ ਦੂਰ ਲੈ ਕੇ ਜਾਂਦਾ ਹੈ। ਸਾਡਾ ਫੋਕਸ ਸਾਡੇ ਅੰਦਰੋਂ ਚੱਕ ਕੇ ਬਾਹਰ ਲੈ ਜਾਂਦਾ ਹੈ। ਤਾਂ ਅਸੀਂ ਕਿਸ ਚੀਜ਼ ਤੇ ਫੋਕਸਡ ਹੁੰਦੇ ਹਾਂ ਜਦੋਂ ਕੋਈ ਵੀ ਵਿਚਾਰ ਆਉਂਦਾ ਹੈ? ਜੋ ਵੀ ਉਸ ਵਿਚਾਰ ਦੇ ਨਾਲ ਜੁੜੇ ਹੋਏ ਵਿਅਕਤੀ ਹੋਣ, ਉਹਨਾਂ ਤੇ ਫੋਕਸ ਜਾਂਦਾ ਹੈ। ਕੋਈ ਜਗ੍ਹਾ, ਕੋਈ ਟਾਈਮ, ਕੋਈ ਸਿਚੁਏਸ਼ਨ ਜੁੜੀ ਹੋਏ, ਸਾਡਾ ਧਿਆਨ ਉਸ ਤੇ ਚਲੇ ਜਾਂਦਾ ਹੈ। ਤਾਂ ਵਿਚਾਰ ਐਰੋ ਦੀ ਤਰ੍ਹਾਂ ਸਾਨੂੰ ਬਾਹਰ ਲੈ ਕੇ ਜਾਂਦੇ ਨੇ, ਦੂਰ ਕਰ ਦਿੰਦੇ ਨੇ ਆਪਣੇ ਆਪ ਤੋਂ, ਦੂਰ ਕਰ ਦਿੰਦੇ ਨੇ ਉਸ ਆਪਣੇ ਆਪ ਤੋਂ ਜੋ ਸਾਡਾ ਆਂਤਰਿਕ ਅਸਤਿਤਵ ਹੈ, ਇਨਰ ਬੀਇੰਗ, ਸਾਡਾ ਪਰਮਾਤਮਾ। ਤੇ ਸ਼ਾਂਤੀ ਕਿੱਥੇ ਹੈ? ਅੰਦਰ, ਪਰਮਾਤਮਾ ਦੇ ਕੋਲ, ਪਰਮਾਤਮਾ ਦੇ ਨਾਲ। ਤਾਂ ਉੱਥੇ ਤੱਕ ਕਿਸ ਤਰ੍ਹਾਂ ਆਉਣਾ ਹੈ? ਮੈਡੀਟੇਟ ਕਰਕੇ। ਮੈਡੀਟੇਸ਼ਨ ਤੋਂ ਵੀ ਪਹਿਲਾਂ ਕੀ ਕਰਨਾ ਹੈ? ਟੂ ਬੀ ਇਨ ਦ ਨਾਓ, ਸਾਹਾਂ ਤੇ ਫੋਕਸ ਕਰਨਾ ਹੈ। that you are breathing, you are in the now. ਉਮੀਦ ਕਰਦੀ ਹਾਂ ਅੱਜ ਦੇ ਇਸ ਮੈਡੀਟੇਸ਼ਨ ਦੇ ਸੈਸ਼ਨ ਤੋਂ ਬਾਅਦ ਤੁਸੀਂ ਆਪਣੇ ਮਨ ਨੂੰ ਪ੍ਰੋਗਰਾਮ ਕਰ ਪਾਓਗੇ ਟੁਵਰਡਸ your inner journey, ਅੰਦਰ ਦੀ ਤਰਫ, ਜਿੱਥੇ ਵਿਚਾਰ ਨਹੀਂ ਹਨ, ਪਰਮਾਤਮਾ ਹੈ। ਜਦੋਂ ਵਿਚਾਰ ਸਾਨੂੰ ਬਾਹਰ ਲੈ ਕੇ ਜਾਂਦੇ ਨੇ, ਪਰਮਾਤਮਾ ਵੀ ਸਾਨੂੰ ਅੰਦਰ ਆਵਾਜ਼ ਦੇ ਰਹੇ ਨੇ, come here, come this side, come in this direction, I have a guidance for you, I have peace for you। ਤਾਂ ਅਸੀਂ ਕਿਉਂ ਨਾ ਉਹਨਾਂ ਦੀ ਆਵਾਜ਼ ਸੁਣੀਏ, ਜਿੱਥੇ ਗਾਈਡੈਂਸ ਹੈ, ਸਪੋਰਟ ਹੈ, ਪਿਆਰ ਹੈ, ਜਿੱਥੇ ਸ਼ਾਂਤੀ ਹੈ। ਬਹੁਤ ਸ਼ੁਕਰੀਆ। ਆਉਣ ਵਾਲੇ 5 ਮਿੰਟ ਅਸੀਂ ਮੈਡੀਟੇਟ ਕਰਾਂਗੇ। ਤੁਸੀਂ ਕਿਤੇ ਵੀ ਸੁਰੱਖਿਅਤ ਜਗ੍ਹਾ ਤੇ ਉੱਤੇ ਬੈਠ ਜਾਓ ਤੇ ਆਪਣੀ ਬੋਡੀ ਦੇ ਉੱਤੇ ਆਪਣਾ ਧਿਆਨ ਲੈ ਕੇ ਆਉਣਾ ਹੈ। ਸਭ ਤੋਂ ਪਹਿਲਾਂ ਤਾਂ ਇਸ ਗੱਲ ਦੀ ਰੀਅਲਾਈਜ਼ੇਸ਼ਨ ਕਰਨੀ ਹੈ ਕਿ ਮੈਨੂੰ ਸਾਹ ਆ ਰਹੇ ਨੇ, ਆਈ ਐਮ ਬਰੀਥਿੰਗ। ਮੇਰੇ ਸਾਹ ਅੰਦਰ ਜਾ ਰਹੇ ਨੇ, ਮੈਂ ਇਨਹੇਲ ਕਰ ਰਿਹਾ ਹਾਂ, ਐਂਡ ਆਈ ਐਮ ਐਕਸੇਲਿੰਗ, ਮੇਰੇ ਸਾਹ ਬਾਹਰ ਜਾ ਰਹੇ ਨੇ। ਔਰ ਬੜਾ ਨੈਚੁਰਲ ਇੱਕ ਪੈਟਰਨ ਬਣਿਆ ਹੋਇਆ ਹੈ, ਕੁਦਰਤੀ ਪਰਮਾਤਮਾ ਵੱਲੋਂ ਹੀ ਇੱਕ ਪੇਸ ਬਣਿਆ ਹੋਇਆ ਹੈ ਜਿਸ ਦੇ ਉੱਤੇ ਸਾਡੇ ਸਾਹ ਚੱਲ ਰਹੇ ਨੇ ਆਪਣੀ ਗਤੀ ਦੇ ਨਾਲ। ਉਸ ਗਤੀ ਨੂੰ ਬਦਲਣਾ ਨਹੀਂ ਹੈ, ਸਿਰਫ ਉਸ ਤੇ ਧਿਆਨ ਦੇਣਾ ਹੈ ਕਿ ਮੇਰਾ ਇਹ ਸਰੀਰ ਸਾਹ ਲੈ ਰਿਹਾ ਹੈ। ਅਸੀਂ ਆਪਣੇ ਵਾਤਾਵਰਣ ਤੋਂ, ਆਪਣੇ ਇਮੀਡੀਏਟ ਐਨਵਾਇਰਨਮੈਂਟ ਤੋਂ ਸਾਰੀ ਇਨਫੋਰਮੇਸ਼ਨ ਲੈਂਦੇ ਹਾਂ ਤੇ ਉਹ ਇਨਫੋਰਮੇਸ਼ਨ ਸਾਡੇ ਸਪੈਸ਼ਲ ਮੈਸੇਂਜਰਸ, ਸਾਡੀਆਂ ਸੈਂਸਸ ਸਾਨੂੰ ਪ੍ਰਦਾਨ ਕਰਦੀਆਂ ਨੇ। ਸਭ ਤੋਂ ਪਹਿਲੀ ਬਖਸ਼ਿਸ਼ ਪਰਮਾਤਮਾ ਦੀ ਸਾਡੀਆਂ ਅੱਖਾਂ, ਸਾਡੀ ਦ੍ਰਿਸ਼ਟੀ। ਅਸੀਂ ਦੇਖ ਪਾ ਰਹੇ ਹਾਂ ਆਪਣੇ ਸਾਹਮਣੇ, ਆਪਣਾ ਸਿਰ ਹਿਲਾ ਕੇ ਸਾਈਡ ਤੇ ਜਾਂ ਉੱਪਰ ਜਾਂ ਜ਼ਮੀਨ ਵੱਲ ਆਪਣੀਆਂ ਅੱਖਾਂ ਦੇ ਨਾਲ ਫੋਕਸ ਕਰੋ, ਬਿਨਾਂ ਕਿਸੇ ਜੱਜਮੈਂਟ ਤੋਂ ਕਿ ਤੁਹਾਨੂੰ ਕੀ ਦਿਖ ਰਿਹਾ ਹੈ, ਬਿਨਾਂ ਕੋਈ ਲੇਬਲ ਲਗਾਏ ਕਿ ਇਹ ਚੀਜ਼ ਸਾਫ਼ ਹੈ, ਅੱਛੀ ਹੈ ਜਾਂ ਬੁਰੀ ਹੈ ਜਾਂ ਸਾਫ਼ ਨਹੀਂ ਹੈ। ਕੋਈ ਲੇਬਲ ਨਹੀਂ ਲਗਾਉਣਾ, ਸਿਰਫ ਦੇਖਣਾ ਹੈ।
ਤਾਂ ਸਾਨੂੰ ਦਿਖ ਰਿਹਾ ਹੈ। ਸਾਡੀ ਦ੍ਰਿਸ਼ਟੀ ਪਰਮਾਤਮਾ ਦਾ ਗਿਫਟ ਹੈ। ਹੁਣ ਮਹਿਸੂਸ ਕਰੋ ਕਿ ਤੁਸੀਂ ਸੁਣ ਪਾ ਰਹੇ ਹੋ ਕੋਈ ਵੀ ਆਵਾਜ਼ਾਂ ਜੋ ਤੁਹਾਡੇ ਆਸ-ਪਾਸ, ਚਾਹੇ ਤਾਂ ਉਹ ਚਿੜੀਆਂ ਦੀਆਂ ਆਵਾਜ਼ਾਂ ਹੋਣ, ਚਾਹੇ ਸੜਕ ਤੇ ਜਾਂਦੀ ਕਿਸੇ ਕਾਰ ਦੀ ਆਵਾਜ਼, ਜਾਂ ਘਰ ਦੇ ਬਾਹਰ ਖੇਲਦੇ ਬੱਚਿਆਂ ਦੀ ਆਵਾਜ਼। ਜੇ ਕਿਸੇ ਸ਼ਾਂਤ ਜਗ੍ਹਾ ਤੇ ਬੈਠੇ ਹੋ ਤਾਂ ਪੱਤਿਆਂ ਦੀ ਆਵਾਜ਼, ਹਵਾ ਪੱਤਿਆਂ ਵਿੱਚੋਂ ਨਿਕਲਦੀ ਹੈ ਤਾਂ ਹਵਾ ਦੀ ਆਵਾਜ਼, ਪਾਣੀ ਬਹਿ ਰਿਹਾ ਹੈ ਤਾਂ ਪਾਣੀ ਦੀ ਆਵਾਜ਼। ਇਹ ਅਸੀਂ ਸੁਣ ਪਾ ਰਹੇ ਹਾਂ। ਸਾਡੇ ਸੈਕੰਡ ਸੈਂਸ ਆਰਗਨ ਕੰਨ ਕੰਮ ਕਰ ਪਾ ਰਹੇ ਨੇ। ਹੁਣ ਇੱਕ ਹੱਥ ਦੇ ਨਾਲ ਦੂਸਰੇ ਹੱਥ ਨੂੰ ਟੱਚ ਕਰਕੇ ਦੇਖੋ, ਤੁਸੀਂ ਮਹਿਸੂਸ ਕਰ ਪਾ ਰਹੇ ਹੋ। ਅਗਰ ਕੋਈ ਸ਼ਬਦ ਬੋਲਣਾ ਹੈ ਤਾਂ ਜ਼ਰਾ ਜੀ ਆਵਾਜ਼ ਕਰਕੇ ਦੇਖੋ, ਉਹ ਸ਼ਬਦ ਤੁਹਾਡੀ ਜ਼ੁਬਾਨ ਤੋਂ ਆ ਰਹੇ ਨੇ ਤਾਂ ਤੁਹਾਡੀ ਜ਼ੁਬਾਨ ਕੰਮ ਕਰ ਰਹੀ ਹੈ। ਸਾਡੇ ਸਾਰੇ ਸੈਂਸ ਆਰਗਨਸ ਬਹੁਤ ਅੱਛੀ ਤਰ੍ਹਾਂ ਕੰਮ ਕਰ ਪਾ ਰਹੇ ਨੇ। ਸਾਡੀ ਬਾਡੀ ਬਹੁਤ ਅੱਛੀ ਤਰ੍ਹਾਂ ਫੰਕਸ਼ਨ ਕਰ ਪਾ ਰਹੀ ਹੈ। ਅਸੀਂ ਚੱਲ ਫਿਰ ਸਕਦੇ ਹਾਂ, ਖਾ ਸਕਦੇ ਹਾਂ, ਬੋਲ ਸਕਦੇ ਹਾਂ, ਸੁਣ ਸਕਦੇ ਹਾਂ, ਦੇਖ ਸਕਦੇ ਹਾਂ। ਸਾਡੀ ਬਾਡੀ, ਸਾਡਾ ਸਰੀਰ, ਜੋ ਅੰਦਰ ਬੈਠੇ ਸਾਡੇ ਪਰਮਾਤਮਾ ਨੇ, ਇਹ ਉਹਨਾਂ ਦੀ ਦੇਣ ਹੈ, ਇਹ ਗਿਫਟ ਹੈ ਪਰਮਾਤਮਾ ਦਾ। ਜਦੋਂ ਅਸੀਂ ਬਾਡੀ ਦੇ ਉੱਤੇ ਫੋਕਸ ਕਰਦੇ ਹਾਂ, ਧਿਆਨ ਦਿੰਦੇ ਹਾਂ ਇੱਕ ਬਾਡੀ ਦੇ ਪਾਰਟ ਤੇ ਕਿ ਉਹ ਕਿਸ ਤਰ੍ਹਾਂ ਕੰਮ ਕਰ ਰਹੇ ਨੇ, ਕਿਸ ਤਰ੍ਹਾਂ ਅਸੀਂ ਸਾਹ ਲੈ ਰਹੇ ਹਾਂ, ਅਸੀਂ ਦੇਖ ਪਾ ਰਹੇ ਹਾਂ, ਸਾਡੇ ਆਸ-ਪਾਸ ਦੀਆਂ ਆਵਾਜ਼ਾਂ ਨੂੰ ਅਸੀਂ ਸੁਣ ਪਾ ਰਹੇ ਹਾਂ, ਤਾਂ ਸਾਡਾ ਧਿਆਨ ਪ੍ਰੈਜ਼ੈਂਟ ਮੋਮੈਂਟ ਦੇ ਵਿੱਚ, ਵਰਤਮਾਨ ਦੇ ਵਿੱਚ ਆ ਜਾਂਦਾ ਹੈ। ਫਿਰ ਸਾਨੂੰ ਕੋਈ ਪੁਰਾਣੀ ਗੱਲ ਯਾਦ ਨਹੀਂ ਆ ਰਹੀ ਤੇ ਨਾ ਹੀ ਸਾਨੂੰ ਫਿਊਚਰ ਦੀ ਕੋਈ ਚਿੰਤਾ ਸਤਾ ਰਹੀ ਹੈ। ਜੇ ਕੋਈ ਵਿਚਾਰ ਪਾਸਟ ਚੋਂ ਜਾਂ ਫਿਊਚਰ ਚੋਂ ਇਸ ਸਮੇਂ ਤੁਹਾਡੇ ਮਨ ਦੇ ਵਿੱਚ ਆਏ ਤਾਂ ਉਸ ਨੂੰ ਡ੍ਰੌਪ ਕਰ ਦਿਓ, ਛੱਡ ਦਿਓ। ਜਿਸ ਤਰ੍ਹਾਂ ਤੁਸੀਂ ਕੋਈ ਭਾਰੀ ਸੂਟਕੇਸ ਚੱਕਿਆ ਹੋਏ, ਬੈਗੇਜ, ਲਗੇਜ ਚੱਕਿਆ ਹੋਏ, ਤੇ ਤੁਸੀਂ ਉਸ ਨੂੰ ਆਰਾਮ ਦੇ ਨਾਲ ਥੱਲੇ ਜ਼ਮੀਨ ਤੇ ਰੱਖ ਦਿਓ। Drop it. Leave it. Let it go. ਤੁਸੀਂ ਹਲਕਾ ਮਹਿਸੂਸ ਕਰੋਗੇ ਉਸੇ ਵੇਲੇ। ਹੁਣ ਆਪਣੇ ਸਾਹਾਂ ਤੇ ਧਿਆਨ ਲੈ ਕੇ ਆਓ ਔਰ ਆਪਣੇ ਆਪ ਨੂੰ ਇੱਕ ਸਵਾਲ ਪੁੱਛੋ, ਕਿ ਮੇਰੇ ਅੰਦਰ ਜੋ ਵਿਰਾਜਮਾਨ ਹੈ, ਜੋ ਮੇਰੇ ਕੰਨਾਂ ਤੋਂ ਸੁਣ ਰਿਹਾ ਹੈ, ਜੋ ਇਸ ਸਰੀਰ ਦੀਆਂ ਅੱਖਾਂ ਤੋਂ ਦੇਖ ਰਿਹਾ ਹੈ, ਜੋ ਇਹਨਾਂ ਹੱਥਾਂ ਦੇ ਨਾਲ ਮਹਿਸੂਸ ਕਰ ਰਿਹਾ ਹੈ,
ਉਹ ਕੌਣ ਹੈ? ਜਿਸ ਤਰ੍ਹਾਂ ਹੀ ਤੁਸੀਂ ਉਸ ਅਵਸਥਾ ਦੇ ਵਿੱਚ ਆਓਗੇ, ਉਸ ਸਾਖੀ ਦੇ ਨਾਲ ਜੋੜੋਗੇ ਆਪਣੇ ਆਪ ਨੂੰ। when you connect to the witness inside, beyond your body, ਤਾਂ ਅਥਾਹ ਸ਼ਾਂਤੀ, ਅਥਾਹ ਪ੍ਰੇਮ, abundance of peace and love will be felt. ਤੁਸੀਂ ਮਹਿਸੂਸ ਕਰ ਸਕੋਗੇ। ਇੱਕ ਸਟਿਲਨੈਸ, ਇੱਕ ਠਹਿਰਾਵ ਆਪਣੇ ਅੰਦਰ ਮਹਿਸੂਸ ਕਰ ਪਾਓਗੇ। ਇਹ ਤੁਹਾਡੇ ਤੋਂ ਅਲੱਗ ਨਹੀਂ ਹੈ। ਜਾਂ ਇਹ ਕੌਣ ਹੈ? ਇਸ ਨੂੰ ਜਾਣਨ ਵਾਸਤੇ ਇਸ ਦੇ ਨਾਲ ਸਮੇਂ ਬਿਤਾਉਣਾ ਪਏਗਾ, ਬਾਰ-ਬਾਰ। ਫਿਰ ਤੁਸੀਂ ਜਾਣ ਸਕੋਗੇ ਕਿ ਮੈਂ ਕੌਣ ਹਾਂ। ਜੋ ਨਾਮ ਲੈ ਕੇ ਮੈਨੂੰ ਲੋਕ ਪੁਕਾਰਦੇ ਨੇ, ਜਾਂ ਜਿਸ ਸਰੀਰ ਦੇ ਨਾਲ ਮੈਂ ਦੇਖਦਾ ਹਾਂ, ਸੁਣਦਾ ਹਾਂ, ਮਹਿਸੂਸ ਕਰਦਾ ਹਾਂ, ਜਾਂ ਜਿਨ੍ਹਾਂ ਵਿਚਾਰਾਂ ਦੇ ਨਾਲ ਮੈਂ ਆਪਣੇ ਜੀਵਨ ਨੂੰ ਬਤੀਤ ਕਰਦਾ ਹਾਂ, ਹਾਊ ਆਈ ਸਪੈਂਡ ਮਾਈ ਲਾਈਫ, ਇਹ ਉਸ ਤੋਂ ਪਰੇ ਹੈ, ਬਿਯੋਂਡ ਐਵਰੀਥਿੰਗ। ਇਹ ਕੌਣ ਹੈ? ਇਹ ਮੈਂ ਹੀ ਹਾਂ, ਸ਼ਾਂਤ, ਆਪਣੇ ਅੰਦਰ ਮੈਂ ਹੀ ਵਿਰਾਜਮਾਨ ਹਾਂ। ਮੈਂ ਹੀ ਹਾਂ ਪਰਮਾਤਮਾ ਦਾ ਅੰਸ਼, ਐਕਸਟੈਂਸ਼ਨ ਆਫ ਦ ਸੋਰਸ ਐਨਰਜੀ। ਤੇ ਹੁਣ ਜਿੰਨਾ ਚਿਰ ਵੀ ਚਾਹੋ ਤੁਸੀਂ ਸ਼ਾਂਤੀ ਦੇ ਨਾਲ, ਆਰਾਮ ਦੇ ਨਾਲ ਇਸ ਨਵੀਂ ਪਹਿਚਾਣ ਦੇ ਨਾਲ ਸਮੇਂ ਬਿਤਾਓ। ਜਾਣੋ ਆਪਣੇ ਆਪ ਨੂੰ। ਮਹਿਸੂਸ ਕਰੋ ਆਪਣੇ ਆਪ ਨੂੰ ਅੰਦਰੋਂ। Take your time. कोई जल्दबाजी नहीं है। And whenever you are ready, ਜਦੋਂ ਤੁਹਾਡਾ ਮਨ ਹੋਏ, ਤਾਂ ਤੁਸੀਂ ਵਾਪਸ ਆਪਣੇ ਦਿਨ ਦੀ ਸ਼ੁਰੂਆਤ ਕਰ ਸਕਦੇ ਹੋ। ਬਹੁਤ ਸ਼ੁਕਰੀਆ।